ਕਿਤਾਬ ਤੇ ਸਿੱਖ ਵੀ ਨਿਕਲਿਆ ਗਿਆ। ਲੇਖਕ ਕੁਲਬੀਰ ਸਿੰਘ ਕੌੜਾ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਭਾਗ 18। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਾਹਿਬ ਤੇ ਬਾਬਰੀ ਮਸਜਿਦ ਦੇ ਢੱਠਣ ਨੂੰ ਭੁੱਲ ਜਾਓ। ਅਡਵਾਨੀ ਤੇ ਹੋਰ ਹਿੰਦੂ ਲੀਡਰ ਕਹਿੰਦੇ ਹਨ ਕਿ ਸਿੱਖਾਂ ਨੂੰ ਅਕਾਲ ਤਖਤ ਢੱਠਣ ਦੀ ਗੱਲ ਭੁੱਲ ਜਾਣੀ ਚਾਹੀਦੀ ਹੈ, ਪਰ ਇਹ ਗੱਲ ਕਰਨ ਤੋਂ ਪਹਿਲਾਂ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ ਕਿ 5000 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਕਿ ਸੀਤਾ ਨੂੰ ਇੱਕ ਸਿਰ ਫਿਰਿਆ ਬ੍ਰਾਹਮਣ ਰਾਜਾ ਚੁੱਕ ਕੇ ਲੈ ਗਿਆ ਸੀ। ਉਸ ਰਾਵਣ ਨਾਂ ਦੇ ਬ੍ਰਾਹਮਣ ਰਾਜੇ ਨੇ ਸੀਤਾ ਜੀ ਨਾਲ ਕੋਈ ਵੀ ਬਦਤਮੀਜ਼ੀ ਨਹੀਂ ਕੀਤੀ ਤੇ ਰਮਾਇਣ ਅਨੁਸਾਰ ਜਦੋਂ ਸੀਤਾ ਜੀ ਨੇ ਕਿਹਾ ਕਿ ਮੈਂ ਬਨਵਾਸੀ ਹਾਂ ਤੇ ਛੱਤ ਥੱਲੇ ਜਾਣ ਨਾਲ ਮੇਰਾ ਬਨਵਾਸ ਟੁੱਟ ਜਾਵੇਗਾ, ਤਾਂ ਉਹ ਰਾਜਾ ਆਪਣੇ ਧਰਮ ਤੇ ਕਾਇਮ ਰਹਿੰਦਾ ਹੋਇਆ ਸੀਤਾ ਜੀ ਨੂੰ ਇੱਕ ਅਸ਼ੋਕ ਵਾਟਿਕਾ ਨਾਂ ਦੇ ਬਾਗ ਵਿੱਚ ਛੱਡ ਆਇਆ ਤੇ ਉਹਨਾਂ ਦੀ ਹਿਫਾਜ਼ਤ ਲਈ ਔਰਤਾਂ ਦਾ ਫੌਜੀ ਦਸਤਾ ਪਹਿਰੇ ਤੇ ਲਾ ਦਿੱਤਾ। ਰਾਵਣ ਨੇ ਆਪਣੀ ਪਤਨੀ ਮੰਦੋਦਰੀ ਨੂੰ ਕਿਹਾ ਕਿ ਉਹ ਵੀ ਹਰ ਰੋਜ਼ ਅਸ਼ੋਕ ਵਣ ਵਿੱਚ ਜਾ ਕੇ ਸੀਤਾ ਜੀ ਦਾ ਹਾਲ ਚਾਲ ਪੁੱਛਿਆ ਕਰੇ। ਰਾਮ ਨੇ ਰਾਵਣ ਨਾਲ ਯੁੱਧ ਕੀਤਾ ਤੇ ਸਿੱਟੇ ਵਜੋਂ ਰਾਵਣ ਸਮੇਤ ਉਹਦਾ ਸਾਰਾ ਪਰਿਵਾਰ ਮਾਰਿਆ ਗਿਆ ਤੇ ਇੱਕ ਡੰਡੀ ਜਿੰਨਾ ਵੀ ਉਹਦੇ ਘਰ ਦੀਵਾ ਜਗਾਉਣ ਵਾਲਾ ਨਾ ਬਚਿਆ। ਰਾਵਣ ਦੀ ਪੂਰੀ ਕੁੱਲ ਦਾ ਨਾਸ ਹੋ ਗਿਆ ਤੇ ਉਹਦੀ ਸੋਨੇ ਦੀ ਲੰਕਾ ਤੇ ਸਭ ਸ਼ਾਹੀ ਠਾਠ ਬਾਠ ਸੜ ਕੇ ਸਵਾਹ ਹੋ ਗਏ। ਜਿੰਨਾ ਨੁਕਸਾਨ ਹੋ ਗਿਆ ਸੀ, ਇਸ ਤੋਂ ਵੱਧ ਰਾਵਣ ਦਾ ਹੋਰ ਕੁਝ ਨਹੀਂ ਸੀ ਵਿਗਾੜਿਆ ਜਾ ਸਕਦਾ। ਦੂਜੀ ਘਟਨਾ ਵਿੱਚ ਜਿੱਥੇ ਰਾਮ ਜੀ ਦਾ ਜਨਮ ਹੋਇਆ ਸੀ, ਉਸ ਥਾਂ ਦਾ ਅਜੇ ਵੀ ਹਿੰਦੂ ਜਗਤ ਨੂੰ ਪੂਰੀ ਤਰ੍ਹਾਂ ਨਹੀਂ ਪਤਾ। ਕੋਈ ਤਾਂ ਰਾਮ ਜੀ ਦਾ ਜਨਮ ਪਟਿਆਲੇ ਲਾਗੇ ਦੇਵੀਗੜ੍ਹ ਕੋਲ ਹੋਇਆ ਦੱਸਦਾ ਹੈ ਤੇ ਕੋਈ ਅਯੁੱਧਿਆ ਦੱਸਦਾ ਹੈ। 500 ਸਾਲ ਪਹਿਲਾਂ ਬਾਬਰ ਹਮਲਾਵਰ ਬਣ ਕੇ ਭਾਰਤ ਆਇਆ ਤਾਂ ਹਿੰਦੂ ਕਹਿੰਦੇ ਹਨ ਕਿ ਉਹਨੇ ਸਾਡਾ ਉਹ ਮੰਦਰ ਜਿੱਥੇ ਰਾਮ ਜੀ ਦਾ ਜਨਮ ਹੋਇਆ ਸੀ ਢਾਹ ਕੇ ਉਸ ਤੇ ਬਾਬਰੀ ਮਸਜਿਦ ਉਸਾਰ ਦਿੱਤੀ ਸੀ। ਹੁਣ ਹਿੰਦੂ ਕਹਿੰਦੇ ਹਨ ਕਿ ਸਾਡਾ ਰਾਜ ਆਇਆ ਹੈ ਤੇ ਅਸਾਂ ਇਹ ਮਸਜਿਦ ਢਾਹ ਕੇ ਰਾਮ ਦਾ ਮੰਦਰ ਮੁੜ ਕੇ ਉਸਾਰਨਾ ਹੈ। ਇਹ ਕੱਲੀ ਬਾਬਰੀ ਮਸਜਿਦ ਹੀ ਨਹੀਂ, ਮਥੁਰਾ, ਕਾਸ਼ੀ ਤੇ ਭਾਰਤ ਵਿੱਚ ਜਿੱਥੇ ਕਿਤੇ ਵੀ ਮੁਸਲਮਾਨਾਂ ਨੇ ਹਿੰਦੂ ਮੰਦਰ ਢਾਹ ਕੇ ਮਸਜਿਦ ਜਾਂ ਕੁਝ ਹੋਰ ਬਣਾਇਆ ਹੈ, ਉਹ ਸਾਰੇ ਹੀ ਢਾਉਣੇ ਹਨ ਤਾਂ ਕਿਤੇ ਜਾ ਕੇ ਸਾਡਾ ਕਲੇਜਾ ਠੰਡਾ ਹੋਣਾ ਹੈ। ਬੰਦਾ ਇਹਨਾਂ ਨੂੰ ਪੁੱਛੇ, ਜੇ 5000 ਸਾਲ ਪਹਿਲਾਂ ਸੀਤਾ ਜੀ ਨੂੰ ਚੁੱਕ ਕੇ ਲਿਜਾਣ ਵਾਲੀ ਘਟਨਾ ਤੋਂ ਤੁਹਾਡਾ ਦਿਲ ਦੁਖੀ ਹੈ ਤੇ ਤੁਸੀਂ ਹਰ ਸਾਲ ਰਾਵਣ ਦਾ ਪੁਤਲਾ ਸਾੜ ਕੇ ਤੇ ਪੂਰਾ ਮਹੀਨਾ ਰਾਮਲੀਲਾ ਕਰਕੇ ਵੀ ਸ਼ਾਂਤ ਨਹੀਂ ਹੋਏ, ਤੇ ਦੂਜੀ ਘਟਨਾ ਵਿੱਚ 500 ਸਾਲ ਪਹਿਲਾਂ ਦਾ ਢਾਇਆ ਹੋਇਆ ਮੰਦਰ ਵੀ ਤੁਸੀਂ ਨਹੀਂ ਭੁੱਲੇ, ਤਾਂ ਹੁਣ ਕਿਸ ਮੂੰਹ ਨਾਲ ਅਜੇ ਕੱਲ ਦਾ ਟੱਠਾ ਹੋਇਆ ਅਕਾਲ ਤਖਤ ਭੁੱਲ ਜਾਣ ਦੀਆਂ ਸਲਾਹਾਂ ਦਿੰਦੇ ਹੋ? ਸ਼ਰਮ ਨਹੀਂ ਆਉਂਦੀ ਮੱਤ ਦਿੰਦਿਆਂ ਨੂੰ? ਜਿਹੜੀ ਘਟਨਾ ਤੁਹਾਡੇ ਨਾਲ ਵਾਪਰੇ ਉਹਦੇ ਨਾਲ ਤਾਂ ਤੁਹਾਡੇ ਅੰਦਰ ਗੁੱਸੇ ਤੇ ਬਦਲਾ ਲੈਣ ਦੀ ਭਾਵਨਾ ਦੇ ਭਾਂਬੜ ਮੱਚਦੇ ਰਹਿੰਦੇ ਹਨ ਤੇ ਰਾਵਣ ਨੂੰ ਤੁਸੀਂ ਹਰ ਸਾਲ ਜਲੀਲ ਕਰਦੇ ਹੋ, ਪਰ ਦੂਜਿਆਂ ਨੂੰ ਤੁਸੀਂ ਗਾਜਰ ਮੂਲੀ ਸਮਝਦੇ ਹੋ। ਕਿ ਉਹਨਾਂ ਵਿੱਚ ਦਿਲ ਨਹੀਂ? ਦੂਜੇ ਪਾਸੇ ਤੁਹਾਡੇ ਹੀ ਦੇਸ਼ ਵਿੱਚ ਸਾਰੇ ਬਜ਼ੁਰਗਾਂ ਦੇ ਬੈਠਿਆਂ ਦ੍ਰੋਪਦੀ ਨੂੰ ਨੰਗਾ ਕਰਨ ਦੀ ਘਟਨਾ ਵਾਪਰੀ, ਪਰ ਤੁਸੀਂ ਕਦੇ ਪਛਤਾਤਾਪ ਨਹੀਂ ਕੀਤਾ ਤੇ ਨਾ ਹੀ ਕਦੇ ਪਛਤਾਤਾਪ ਦਿਵਸ ਮਨਾਇਆ। ਤੁਹਾਡੀ ਇੱਕ ਇੰਦਰਾ ਗਾਂਧੀ ਮਰੀ, ਤੁਸੀਂ ਸਾਰੇ ਹਿੰਦੁਸਤਾਨ ਨੂੰ ਸਿਰ ਤੇ ਚੁੱਕ ਲਿਆ ਤੇ ਮਾਰ ਮਾਰ ਕੇ ਸਿੱਖਾਂ ਦੇ ਸੱਥਰ ਵਿਛਾ ਦਿੱਤੇ। ਖੂਨ ਕਾ ਬਦਲਾ ਖੂਨ ਦੇ ਨਾਅਰੇ ਲਾਏ ਜੋ ਸਾਰੀ ਦੁਨੀਆ ਨੇ ਟੈਲੀਵਿਜ਼ਨ ਤੇ ਵੇਖੇ ਤੇ ਸੁਣੇ। ਤੁਸੀਂ ਉਹ ਕੁਝ ਕੀਤਾ ਜੋ ਸਭਿਆ ਮਨੁੱਖ ਕਦੇ ਕਰ ਹੀ ਨਹੀਂ ਸਕਦਾ। ਤੁਸੀਂ ਔਰਤਾਂ ਤੇ ਬੱਚਿਆਂ ਤੱਕ ਨੂੰ ਵੀ ਜਿੰਦੇ ਸਾੜਿਆ। ਜਿਸ ਤਰ੍ਹਾਂ ਦਿੱਲੀ ਵਿੱਚ 10,000 ਬੇਕਸੂਰ ਸਿੱਖ ਮਾਰਿਆ ਗਿਆ ਹੈ, ਜੇ ਕਿਸੇ ਹੋਰ ਦੇਸ਼ ਵਿੱਚ 10,000 ਕੁੱਤਾ ਵੀ ਮਰ ਜਾਂਦਾ ਤਾਂ ਉਹ ਪੁੰਜੇ ਬਹਿ ਕੇ ਸੋਗ ਮਨਾਉਂਦੇ, ਪਰ ਤੁਸੀਂ ਪਾਰਲੀਮੈਂਟ ਵਿੱਚ ਉਹਨਾਂ ਬੇਕਸੂਰਾਂ ਪ੍ਰਤੀ ਇੱਕ ਸ਼ਬਦ ਵੀ ਨਹੀਂ ਬੋਲਿਆ। ਸਿੱਖਾਂ ਨੂੰ ਕਹਿੰਦੇ ਹੋ ਪਿਛਲੀਆਂ ਸਭ ਗੱਲਾਂ ਭੁੱਲ ਜਾਓ, ਪਰ ਆਪ ਤੁਸੀਂ 2 ਸਿੱਖਾਂ ਹੱਥੋਂ ਮਰੀ ਇੱਕ ਔਰਤ ਦਾ ਭਾਣਾ ਨਹੀਂ ਮੰਨਿਆ। ਜੇ ਤੁਸੀਂ ਆਪ ਸਬਰ ਕਰਕੇ ਵਿਖਾਇਆ ਹੁੰਦਾ ਫਿਰ ਤੁਸੀਂ ਹੋਰਨਾਂ ਨੂੰ ਮੱਤਾਂ ਦਿੰਦੇ ਚੰਗੇ ਲੱਗਦੇ ਸੋ। ਤੁਸੀਂ ਆਪ ਤਾਂ ਸੰਵਿਧਾਨ ਦੀ ਧਾਰਾ 49 ਨੂੰ ਵੀ ਛਿੱਕੇ ਟੰਗ ਦਿੱਤਾ, ਜਿਸ ਵਿੱਚ ਲਿਖਿਆ ਹੋਇਆ ਹੈ ਕਿ ਇਤਿਹਾਸਕ ਮਹੱਤਤਾ ਦੀ ਕਿਸੇ ਵੀ ਇਮਾਰਤ ਨੂੰ ਢਾਇਆ ਨਹੀਂ ਜਾ ਸਕਦਾ। ਤੁਸੀਂ ਤਾਂ ਸੰਵਿਧਾਨ ਕਰਦੇ ਸਾਹ ਨਹੀਂ ਲੈਂਦੇ ਤੇ ਘੱਟ ਗਿਣਤੀਆਂ ਨੂੰ ਜਲੀਲ ਕਰਨ ਲਈ
ਚੋਣ ਲੜਨ ਤੋਂ ਪਹਿਲਾਂ ਹੀ ਸੰਵਿਧਾਨ ਦੇ ਵਫਾਦਾਰ ਰਹਿਣ ਦੀ ਸਹੁੰ ਚੁਕਾਉਂਦੇ ਹੋ, ਪਰ ਬਾਬਰੀ ਮਸਜਿਦ ਢਾਉਣ ਵੇਲੇ ਤੁਹਾਨੂੰ ਇਸ ਸੰਵਿਧਾਨ ਦਾ ਚੇਤਾ ਨਹੀਂ ਆਇਆ। ਅੱਗੇ ਵੀ ਤਾਂ ਤੁਸੀਂ ਕਈ ਤਬਦੀਲੀਆਂ ਕਰਕੇ ਸੰਵਿਧਾਨ ਨੂੰ ਲਹੂ ਲੁਹਾਨ ਕੀਤਾ ਹੈ ਤੇ ਕੁੱਕੜ ਵਾਂਗ ਚਟਕਾਉਂਦੇ ਰਹੇ ਹੋ। ਬਾਬਰੀ ਮਸਜਿਦ ਢਾਉਣ ਤੋਂ ਪਹਿਲਾਂ ਉਸ ਵਿੱਚ ਇੱਕ ਸੋਧ ਹੋਰ ਕਰ ਲੈਂਦੇ ਤੇ ਧਾਰਾ 49 ਨੂੰ ਖਤਮ ਕਰ ਦਿੰਦੇ। ਹਿੰਦੂ ਸਮਾਜ ਦੇ ਸਦਾ ਹੀ ਦੋ ਮਖੌਟੇ ਰਹੇ ਹਨ। ਜਿਸ ਤਰ੍ਹਾਂ ਇਹ ਕਹਿੰਦੇ ਹਨ ਕਿ ਅਸਾਂ ਹਰ ਉਹ ਇਮਾਰਤ ਢਾਉਣੀ ਹੈ ਜਿਸ ਨੂੰ ਵਿਦੇਸ਼ੀ ਹੱਥ ਲੱਗੇ ਹਨ, ਤਾਂ ਫਿਰ ਸਭ ਤੋਂ ਪਹਿਲਾਂ ਲਾਲ ਕਿਲ੍ਹਾ ਕਿਉਂ ਨਹੀਂ ਢਾਉਂਦੇ, ਜਿਹਦੀ ਕੰਧ ਤੇ ਚੜ੍ਹ ਕੇ 15 ਅਗਸਤ ਤੇ 26 ਜਨਵਰੀ ਨੂੰ ਕਿੱਲ ਕੇ ਭਾਸ਼ਣ ਦਿੰਦੇ ਹੋ। ਰਾਸ਼ਟਰਪਤੀ ਭਵਨ ਨੂੰ ਵੀ ਢਾਹੋ, ਇਹਨਾਂ ਨੂੰ ਵੀ ਤਾਂ ਵਿਦੇਸ਼ੀਆਂ ਦੇ ਹੱਥ ਲੱਗੇ ਹਨ। ਇਤਾਂ ਤਾਂ ਭਾਰਤ ਦਾ ਸਭ ਕੁਝ ਹੀ ਢਾਉਣਾ ਪਵੇਗਾ। ਤੁਹਾਡਾ ਬਣਾਇਆ ਹੋਇਆ ਇੱਥੇ ਹੈ ਹੀ ਕੀ। ਲਗਾਤਾਰ ਇਹ ਮੁਲਕ 800 ਸਾਲ ਗੁਲਾਮੀ ਦੀ ਸਥਿਤੀ ਵਿੱਚ ਰਿਹਾ ਹੈ ਤੇ ਹੁਣ ਭੁੱਖੇ ਦੀ ਧੀ ਰੱਜੀ ਤੇ ਖੇਡ ਉਡਾਉਣ ਲੱਗੀ ਵਾਂਗ ਦੂਜੀਆਂ ਕੌਮਾਂ ਨਾਲ ਤੁਸੀਂ ਪੰਗੇ ਤੇ ਆਡੇ ਲੈਣ ਲੱਗੇ ਹੋ। ਜੇ ਅੰਗਰੇਜ਼ ਭਾਰਤ ਵਿੱਚ ਨਾ ਆਉਂਦੇ ਤਾਂ ਭਾਰਤ ਵਿੱਚ ਹੁਣ ਤੱਕ ਦੀਵੇ ਤੇ ਲਾਲਟੈਨਾਂ ਜਗਦੀਆਂ, ਨਹਿਰਾਂ ਦੀ ਸਿੰਚਾਈ ਨਾ ਹੁੰਦੀ, ਸਿਰਫ ਟਿੰਡਾਂ ਵਾਲੇ ਖੂਹ ਹੁੰਦੇ, ਰੇਲ ਦਾ ਕਿਤੇ ਨਿਸ਼ਾਨ ਨਾ ਹੁੰਦਾ ਤੇ ਲੋਕ ਗੱਡਿਆਂ ਤੇ ਸਫ਼ਰ ਕਰਦੇ। ਆਜ਼ਾਦ ਭਾਰਤ ਨੇ 55 ਸਾਲ ਵਿੱਚ ਸਿਰਫ 15% ਹੀ ਰੇਲ ਪਟੜੀਆਂ ਵਿਛਾਈਆਂ ਹਨ। ਬਾਕੀ ਸਾਰਾ ਰੇਲ ਦਾ ਢਾਂਚਾ ਅੰਗਰੇਜ਼ ਦਾ ਬਣਾਇਆ ਹੋਇਆ ਹੈ। ਸਾਰੀ ਤਕਨੀਕ ਪੱਛਮ ਵਿੱਚੋਂ ਆਈ ਹੈ। ਭਾਰਤ 600 ਰਿਆਸਤਾਂ ਵਿੱਚ ਵੰਡਿਆ ਹੋਇਆ ਅੰਗਰੇਜ਼ਾਂ ਨੇ ਇਕੱਠਾ ਕਰ ਦਿੱਤਾ। ਅੰਗਰੇਜ਼ਾਂ ਦੇ ਰਹਿਣ ਤੱਕ ਤਾਂ ਕੋਈ ਸਮੱਸਿਆ ਨਹੀਂ ਸੀ, ਪਰ ਅੱਜ ਪੰਜਾਬ, ਕਸ਼ਮੀਰ, ਅਸਾਮ, ਨਾਗਾਲੈਂਡ, ਨਕਸਲਬਾੜੀ ਤੇ ਹੋਰ ਕਈ ਸੂਬਿਆਂ ਦੀਆਂ ਸਮੱਸਿਆਵਾਂ ਹਨ। ਹਿੰਦੂ ਹਰ ਵੇਲੇ ਕਹਿੰਦਾ ਹੈ ਕਿ ਭਾਰਤ ਲੋਕਤੰਤਰੀ ਦੇਸ਼ ਹੈ, ਪਰ ਆਪ ਕਦੇ ਵੀ ਲੋਕਤੰਤਰੀ ਨਹੀਂ ਰਿਹਾ। ਜਾਂ ਤੇ ਲੋਕਾਂ ਤੇ ਜ਼ੁਲਮ ਕਰਦਾ ਰਿਹਾ ਜਾਂ ਆਪ ਜ਼ੁਲਮ ਸਹਿੰਦਾ ਰਿਹਾ। ਦੂਜੀ ਸੰਸਾਰ ਜੰਗ ਤੋਂ ਬਾਅਦ ਬਰਤਾਨੀਆ ਦੀ ਅੰਦਰੂਨੀ ਹਾਲਤ ਇੰਨੀ ਜਰਜਰ ਹੋ ਚੁੱਕੀ ਸੀ ਕਿ ਉਹ ਭਾਰਤ ਨੂੰ ਛੇਤੀ ਤੋਂ ਛੇਤੀ ਛੱਡ ਦੇਣਾ ਚਾਹੁੰਦਾ ਸੀ। ਇਸੇ ਕਰਕੇ ਹੀ ਤੁਹਾਡਾ ਦਾਅ ਲੱਗ ਗਿਆ ਹੈ। ਕਹਿੰਦੇ ਹਨ ਇੱਕ ਬੰਦਾ ਖਰਬੂਜਿਆਂ ਦੀ ਪੰਡ ਸਿਰ ਤੇ ਚੁੱਕੀ ਦਰਿਆ ਪਾਰ ਕਰ ਰਿਹਾ ਸੀ। ਅਚਾਨਕ ਖਰਬੂਜਿਆਂ ਦੀ ਪੰਡ ਖੁੱਲ ਗਈ ਤੇ ਪਾਣੀ ਦੇ ਤੇਜ਼ ਰੋੜ ਵਿੱਚ ਖਰਬੂਜੇ ਤੇਜ਼ੀ ਨਾਲ ਰੁੜਨ ਲੱਗ ਪਏ। ਪਾਣੀ ਇੰਨਾ ਤੇਜ਼ ਸੀ ਕਿ ਉਹ ਮੁੜ ਕੇ ਇਕੱਠੇ ਨਹੀਂ ਸਨ ਕੀਤੇ ਜਾ ਸਕਦੇ। ਉਹ ਬੰਦਾ ਬਹੁਤ ਲਾਚਾਰੀ ਦੀ ਹਾਲਤ ਵਿੱਚ ਖਲੋਤਾ ਵੇਖ ਰਿਹਾ ਸੀ। ਅਖੀਰ ਉਹਨੂੰ ਖਿਆਲ ਆਇਆ ਕਿ ਖਰਬੂਜੇ ਹੁਣ ਰੁੜ ਤਾਂ ਜਾਣੇ ਹੀ ਹਨ, ਕਿਉਂ ਨਾ ਸਾਰੇ ਖਰਬੂਜਿਆਂ ਨੂੰ ਆਪਣੇ ਗੁਜ਼ਰ ਚੁੱਕੇ ਵੱਡੇ ਵਡੇਰਿਆਂ ਦੇ ਨਿਮਿੱਤ ਕਰਦਿਆਂ। ਉਹ ਇਕੱਲੇ ਖਰਬੂਜੇ ਵੱਲ ਵੇਖ ਕੇ ਅਸਮਾਨ ਵੱਲ ਨੂੰ ਹੱਥ ਜੋੜੇ ਅਤੇ ਆਖੇ, ਇਹ ਬਾਬਾ ਜੀ ਦੇ ਨਿਮਿੱਤ। ਫਿਰ ਦੂਜੇ ਖਰਬੂਜੇ ਨੂੰ ਵੇਖ ਕੇ ਆਖੇ, ਇਹ ਦਾਦੀ ਜੀ ਦੇ ਨਿਮਿੱਤ। ਇਸ ਤਰ੍ਹਾਂ ਕਰਦਿਆਂ ਉਸਨੇ ਪੂਰੀ ਪੰਡ ਦੇ ਖਰਬੂਜੇ ਹੀ ਮਰਿਆਂ ਹੋਇਆਂ ਦੇ ਨਿਮਿੱਤ ਕਰ ਦਿੱਤੇ ਤੇ ਖਾਲੀ ਚਾਦਰ ਝਾੜ ਕੇ ਮੋਢੇ ਤੇ ਰੱਖ ਕੇ ਘਰ ਨੂੰ ਚਲਾ ਗਿਆ। ਅੰਗਰੇਜ਼ ਨੇ ਵੀ ਭਾਰਤ ਨੂੰ ਨਹਿਰੂ ਤੇ ਜਿਨਾਹ ਦੇ ਨਿਮਿੱਤ ਕਰ ਦਿੱਤਾ ਅਤੇ ਆਪ ਚਲੇ ਗਏ। ਬਸ ਲੋਕਤੰਤਰ ਤੋਂ ਅਣਜਾਣ ਇਹ ਲੋਕਤੰਤਰ ਦੀ ਬੱਸ ਦੇ ਡਰਾਈਵਰ ਬਣ ਗਏ ਤੇ ਜਿਵੇਂ ਅਣਜਾਣ ਡਰਾਈਵਰ ਬੱਸ ਦਾ ਐਕਸੀਡੈਂਟ ਕਰਕੇ ਆਪ ਵੀ ਮਰ ਜਾਂਦੇ ਹਨ ਤੇ ਸਵਾਰੀਆਂ ਨੂੰ ਵੀ ਮਾਰ ਦਿੰਦੇ ਹਨ। ਇਸ ਦੇਸ਼ ਵਿੱਚ ਹੁਣ ਇਹੋ ਕੁਝ ਹੋ ਰਿਹਾ ਹੈ। ਜਿਸ ਢੰਗ ਨਾਲ ਹਿੰਦੂਆਂ ਦੀ ਮਛਰੀ ਹੋਈ ਭੀੜ ਨੇ ਬਾਬਰੀ ਮਸਜਿਦ ਢਾਈ ਹੈ, ਇਹ ਕੋਈ ਲੋਕਤੰਤਰ ਦੇ ਲਲ ਥੋੜੇ ਨੇ। ਇਸ ਤਰ੍ਹਾਂ ਦੀ ਮਿਸਾਲ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲ ਸਕਦੀ। ਪੁਲਿਸ ਤਮਾਸ਼ਾਈ ਬਣ ਕੇ ਵੇਖਦੀ ਰਹੀ ਤੇ ਭੀੜ ਨਾਅਰੇ ਲਾਉਂਦੀ ਰਹੀ, ਕੁਦਾਲਾਂ ਤੇ ਗੈਂਤੀਆਂ ਲੈ ਕੇ ਅੱਗੇ ਵਗਦੀ ਰਹੀ। ਇਹਨਾਂ ਨਾਅਰਿਆਂ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੈਨਾ ਘੱਟ ਨਹੀਂ ਗੁਜ਼ਾਰੇਗੀ। ਪਹਿਲਾ ਨਾਅਰਾ ਮਾਰਿਆ ਗਿਆ, ਹਿੰਦੂ ਹਿੰਦੀ ਹਿੰਦੁਸਤਾਨ, ਮਾਰੇਂਗੇ ਮਰ ਜਾਏਂਗੇ, ਮੰਦਰ ਵਹੀਂ ਬਣਾਏਂਗੇ। ਫਿਰ ਰਾਜਨੀਤਿਕਾਂ ਨੂੰ ਵੀ ਸੁਚੇਤ ਕਰ ਦਿੱਤਾ ਕਿ ਹਿੰਦੁਸਤਾਨ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਚੋਣਾਂ ਵਿੱਚ ਉਹੀ ਜਿੱਤੇਗਾ ਜੋ ਸਾਡੇ ਅੱਜ ਦੇ ਖਰੂਦ ਵਿੱਚ ਸਾਡਾ ਸਾਥ ਦੇਵੇਗਾ। ਤੇ ਨਾਅਰਾ ਲਾਇਆ, ਜੋ ਹਿੰਦੂ ਹਿੱਤ ਕਾ ਕਾਮ ਕਰੇਗਾ ਵਹੀ ਦੇਸ਼ ਪਰ ਰਾਜ ਕਰੇਗਾ। ਨਾਲ ਹੀ ਘੱਟ ਗਿਣਤੀ ਲੋਕਾਂ ਨੂੰ ਵੀ ਵਾਰਨਿੰਗ ਦੇ ਦਿੱਤੀ, ਜੋ ਕਿਸੇ ਲੋਕਤੰਤਰੀ ਦੇਸ਼ ਵਿੱਚ ਕਿਸੇ ਕਲੰਕ ਤੋਂ ਘੱਟ ਨਹੀਂ। ਨਾਅਰਾ ਲਾਇਆ, अगर इस देश में रहना होगा वंदे मातरम कहना होगा।
ਫਿਰ ਹਿੰਦੂਆਂ ਨੂੰ ਜੋਸ਼ ਦਿਵਾਉਣ ਲਈ ਤੇ ਨੌਜਵਾਨਾਂ ਨੂੰ ਭੜਕਾਉਣ ਲਈ ਹੋਰ ਨਾਅਰਾ ਦਿੱਤਾ, ਜਿਸ ਹਿੰਦੂ ਕਾ ਖੂਨ न ਖੋਲੇ, खून नहीं वो पानी है, जो राम के काम न आए वो बेकार जीवानी है। ਇਹੋ ਜਿਹੇ ਹਾਲਾਤ ਵਿੱਚ ਤੇ ਇਹੋ ਜਿਹੇ ਨਾਅਰਿਆਂ ਵਿੱਚ ਬਾਂਦਰ ਸੈਨਾ ਨੂੰ ਜੋਸ਼ ਕਿਵੇਂ ਨਾ ਆਉਂਦਾ ਤੇ ਬਾਬਰੀ ਮਸਜਿਦ ਕਿਵੇਂ ਨਾ ਢੱਠਦੀ। ਪਰ ਵੇਖਣ ਵਾਲੀ ਗੱਲ ਇਹ ਸੀ ਕਿ ਸਰਕਾਰ ਕੀ ਕਰ ਰਹੀ ਸੀ। ਭੀੜ ਹੋਰ ਭਿਅੰਕਰ ਰੂਪ ਧਾਰਨ ਕਰਦੀ ਗਈ ਤੇ ਨਵਾਂ ਨਾਅਰਾ ਦਿੱਤਾ ਗਿਆ, ਲਾਠੀ ਗੋਲੀ ਖਾਏਂਗੇ, ਮੰਦਰ ਵਹੀਂ ਬਣਾਏਂਗੇ। ਇੱਕ ਪਾਸੇ ਤਾਂ ਇਹ ਤਾਂਡਵ ਨਾਚ ਚੱਲ ਰਿਹਾ ਸੀ ਤੇ ਦੂਜੇ ਪਾਸੇ ਏਡਾ ਡਰਾਮਾ ਰਚਿਆ ਗਿਆ ਜਿਵੇਂ ਸਭ ਕੁਝ ਸ਼ਾਂਤਮਈ ਹੋ ਰਿਹਾ ਹੋਵੇ। ਮੀਲਾਂ ਵਿੱਚ ਖਿਲਰੇ ਹੋਏ ਲਾਊਡ ਸਪੀਕਰਾਂ ਤੇ ਅਨਾਉਂਸਮੈਂਟਾਂ ਹੋ ਰਹੀਆਂ ਸੀ, ਭਾਈਓ ਆਰਾਮ ਸੇ ਗ੍ਰਿਫਤਾਰੀਆਂ ਦੋ, ਸ਼ਾਂਤੀ ਪੂਰਵਕ ਰਹੋ। ਬਾਬਰੀ ਮਸਜਿਦ ਨਾਲ ਬੱਸਾਂ ਇਸ ਢੰਗ ਨਾਲ ਕੰਧਾਂ ਨਾਲ ਜੋੜ ਕੇ ਲਾਈਆਂ ਗਈਆਂ ਕਿ ਪੌੜੀਆਂ ਦੀ ਲੋੜ ਹੀ ਨਹੀਂ ਪਈ ਤੇ ਹਿੰਦੂ ਭੀੜ ਬਾਬਰੀ ਮਸਜਿਦ ਤੇ ਜਾ ਚੜੀ। ਨਾਰੇ ਸਨ, ਬੱਚਾ ਬੱਚਾ ਰਾਮ ਕਾ, ਜਨਮ ਭੂਮੀ ਕੇ ਕਾਮ ਕਾ। ਜਦੋਂ ਬਾਬਰੀ ਮਸਜਿਦ ਢੱਠਣੀ ਸ਼ੁਰੂ ਹੋ ਗਈ ਤਾਂ ਨਾਰੇ ਵੀ ਬਦਲ ਗਏ, ਏਕ ਧੱਕਾ ਔਰ ਦੋ, ਬਾਬਰੀ ਮਸਜਿਦ ਤੋੜ ਦੋ। ਬਾਬਰੀ ਮਸਜਿਦ ਢੱਠ ਗਈ ਤੇ ਨਾਲ ਹੀ ਨਾਰੇ ਵਿੱਚ ਵੀ ਤਬਦੀਲੀ ਆ ਗਈ, ਜੈ ਸ਼੍ਰੀ ਰਾਮ ਬਣ ਗਿਆ ਕਾਮ। ਫਿਰ ਇੱਕ ਡਰਾਮਾ ਜੋ ਪਹਿਲਾਂ ਹੀ ਤੈਅ ਸੀ ਇਹ ਰਚਿਆ ਗਿਆ ਕਿ ਪੁਲਿਸ ਨੂੰ ਇੱਕ ਪਾਸੇ ਤੋਂ ਮਾਮੂਲੀ ਹਰਕਤ ਵਿੱਚ ਲਿਆਂਦਾ ਗਿਆ। ਇਸ ਹਰਕਤ ਨੂੰ ਹਿੰਦੂਆਂ ਨੇ ਇੱਕ ਨਾਅਰੇ ਨਾਲ ਹੀ ਠੁੱਸ ਕਰ ਦਿੱਤਾ। ਜਦੋਂ ਨਾਅਰਾ ਲੱਗਾ, ਹਿੰਦੂ ਹਿੰਦੂ ਭਾਈ ਭਾਈ, बीच में वर्दी कहाँ से आई। ਇਹ ਨਾਅਰਾ ਸੁਣਦਿਆਂ ਹੀ PAC ਜੋ ਯੂਪੀ ਦੀ ਲੋਕਲ ਪੁਲਿਸ ਹੈ ਦੇ ਜਵਾਨ ਉੱਥੇ ਦੇ ਉੱਥੇ ਹੀ ਠਠੰਬਰ ਕੇ ਖਲੋ ਗਏ। ਸਗੋਂ ਪੱਤਰਕਾਰ ਹੈਰਾਨ ਹੋਏ ਜਦੋਂ ਕਾਬੂ ਕਰਨ ਦਾ ਡਰਾਮਾ ਕਰਨ ਵਾਲੇ ਵਰਦੀਧਾਰੀ ਜਵਾਨ ਵੀ ਰਾਮ ਲੱਲਾ ਦੀ ਮੂਰਤੀ, ਜਿਹੜੀ ਬਾਬਰੀ ਮਸਜਿਦ ਦੇ ਢੱਠਣ ਤੋਂ 10 ਮਿੰਟ ਬਾਅਦ ਹੀ ਰੱਖ ਦਿੱਤੀ ਗਈ ਸੀ, ਨੂੰ ਮੱਥਾ ਟੇਕਣ ਲਈ ਲਾਈਨ ਵਿੱਚ ਖਲੋ ਗਏ। ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਤੇ ਗ੍ਰਹਿ ਮੰਤਰੀ SB ਚੌਹਾਨ ਆਰਾਮ ਨਾਲ ਘਰ ਬੈਠੇ TV ਦੇਖ ਰਹੇ ਸਨ। ਦੂਜੇ ਪਾਸੇ ਹੋਰ ਹੈਰਾਨੀ ਦੀ ਗੱਲ ਇਹ ਸੀ ਕਿ ਯੂਪੀ ਦੇ ਮੁੱਖ ਮੰਤਰੀ ਕਲਿਆਣ ਸਿੰਘ ਨੇ ਸੁਪਰੀਮ ਕੋਰਟ ਵਿੱਚ 14 ਹਲਫਨਾਮੇ ਪੇਸ਼ ਕੀਤੇ ਸਨ ਕਿ ਬਾਬਰੀ ਮਸਜਿਦ ਦੀ ਹਿਫਾਜ਼ਤ ਕੀਤੀ ਜਾਵੇਗੀ ਤੇ ਇਸ ਨੂੰ ਢਾਉਣ ਜਾਂ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ। ਬਾਬਰੀ ਮਸਜਿਦ ਦੇ ਢੱਠਣ ਤੋਂ ਬਾਅਦ ਇੱਕ ਅਫਵਾਹ ਇੰਨੇ ਜ਼ੋਰ ਨਾਲ ਉਡਾਈ ਗਈ ਕਿ ਸਾਰਾ ਯੂਪੀ ਤੇ ਪੂਰੇ ਭਾਰਤ ਦਾ ਹਿੰਦੂ ਨਮਸਤਕ ਹੋ ਕੇ ਬਾਬਰੀ ਮਸਜਿਦ ਵੱਲ ਭੱਜਾ ਅਖੇ ਬਾਬਰੀ ਮਸਜਿਦ ਢਾਉਣ ਦੇ ਥੱਲਿਓਂ ਰਾਮ ਲੱਲਾ ਦੇ ਲੱਕੜ ਦੇ ਛੁਣਛੁਣੇ ਨਿਕਲੇ ਹਨ। ਜੇ ਕੋਈ ਹਿੰਦੂਆਂ ਨੂੰ ਪੁੱਛਦਾ ਕਿ ਸਿਉਂਕ ਤਾਂ ਝੱਟ ਲੱਕੜ ਨੂੰ ਖਾ ਜਾਂਦੀ ਹੈ, 5000 ਸਾਲ ਤੋਂ ਇਹ ਛੁਣਛੁਣੇ ਕਿਵੇਂ ਬਚੇ ਰਹੇ, ਤਾਂ ਉਹ ਕਹਿੰਦੇ ਜੇ ਕੋਈ ਮਾਮੂਲੀ ਛੁਣਛੁਣਾ ਥਾ ਕਾ, अरे राम जी का छुंछना था, जे छुंछना तो 50 लाख साल तक भी ऐसे ही रहता, नए का नया। इस तो पहला भारत सरकार दी फौज सिखां दा अकाल तख्त ढा चुकी सी ते दरबार साहब छलनी कर चुकी सी। दूसरा वाकया बाबरी मस्जिद दा होया। कोई भी घट गिनती छाती ते हथ रख के ये नहीं कह सकती कि भविख विच उस नाल इस तरह दा कुछ नहीं वापरेगा। ਇਹ ਗੰਭੀਰ ਹੋ ਕੇ ਸੋਚਣ ਦੀ ਗੱਲ ਹੈ। ਮੁਸਲਮਾਨਾਂ ਦੀ ਆਬਾਦੀ ਭਾਰਤ ਵਿੱਚ 18 ਕਰੋੜ ਤੋਂ ਉੱਪਰ ਹੈ। ਜੇ 18 ਕਰੋੜ ਵਾਲਿਆਂ ਨਾਲ ਇਸ ਤਰ੍ਹਾਂ ਹੋ ਸਕਦਾ ਹੈ ਤਾਂ ਸਿੱਖ ਕਿਹਦੇ ਪਾਣੀ ਹਾਰ ਹਨ। ਕਈ ਸਿੱਖ ਪਾਕਿਸਤਾਨ ਬਣਨ ਵੇਲੇ ਦੀ ਗੱਲ ਕਰਕੇ ਕਹਿੰਦੇ ਹਨ ਕਿ ਭਾਰਤ ਵਿੱਚ ਰਲਣ ਤੋਂ ਪਹਿਲਾਂ ਸਿੱਖਾਂ ਨੂੰ ਬਕਾਇਦਾ ਭਾਰਤ ਸਰਕਾਰ ਨਾਲ ਇੱਕ ਮੁਆਹਿਦਾ ਕਰਨਾ ਚਾਹੀਦਾ ਸੀ ਤੇ ਹਰ ਸ਼ਰਤ ਲਿਖਤ ਵਿੱਚ ਲਿਆਉਣੀ ਚਾਹੀਦੀ ਸੀ। ਉਪਰੋਕਤ ਘਟਨਾ ਨੂੰ ਵੇਖ ਕੇ ਇਹ ਗੱਲ ਕਿੱਡੀ ਹਾਸੋਹੀਣੀ ਹੈ। ਜੇ ਸੁਪਰੀਮ ਕੋਰਟ ਵਿੱਚ ਦਾਖਲ ਕੀਤੇ 14 ਹਲਫਨਾਮਿਆਂ ਦਾ ਕੁਝ ਨਹੀਂ ਬਣਿਆ ਤਾਂ ਇਹਨਾਂ ਦੀ ਲਿਖਤ ਨੂੰ ਮੋਇਆ ਨੇ ਪੁੱਛਣਾ ਸੀ। ਵੈਸੇ ਵੀ ਬਹੁ ਗਿਣਤੀ ਦੇ ਰਾਜ ਵਿੱਚ ਘੱਟ ਗਿਣਤੀਆਂ ਦੇ ਮੁਆਹਦੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਲਿਖਿਆ ਜਾਵੇ ਕਿ ਇਸ ਭਾਰਤ ਰੂਪੀ ਜੰਗਲ ਵਿੱਚ ਸ਼ੇਰ ਅਤੇ ਲੇਲਾ ਬਰਾਬਰ ਹੋਣਗੇ ਤੇ ਲੇਲਾ ਜੰਗਲ ਵਿੱਚ ਕਿਤੇ ਵੀ ਘੁੰਮ ਫਿਰ ਸਕੇਗਾ। ਸ਼ੇਰ ਵੱਲੋਂ ਉਸ ਨੂੰ ਕੋਈ ਖਤਰਾ ਨਹੀਂ ਹੋਵੇਗਾ, ਪਰ ਇਸ ਤਰ੍ਹਾਂ ਦੇ ਮੁਆਹਦੇ ਦਾ ਹਸ਼ਰ ਇਹ ਹੋਵੇਗਾ ਕਿ ਸ਼ੇਰ ਲੇਲੇ ਨੂੰ ਪਾੜ ਚੀਰ ਕੇ ਖਾ ਜਾਵੇਗਾ ਤੇ ਸ਼ੇਰ ਨੂੰ ਪੁੱਛਣ ਦੀ ਹਿੰਮਤ ਕਿਸੇ ਵਿੱਚ ਨਹੀਂ ਹੋਵੇਗੀ। ਕਿਤਾਬ ਤੇ ਸਿੱਖ ਵੀ ਨਿਗਲਿਆ ਗਿਆ। ਲੇਖਕ ਕੁਲਬੀਰ ਸਿੰਘ ਕੌੜਾ, ਭਾਗ 18ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ,
ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।